खिदराना कर मुक्त सर मुक्त मुक्त सब कीन होए साबत जूझै जबै बडो मर्तबो लीन। टूटी गंढ नहार गोपाल ਸਰਬ ਜੀਆਂ ਆਪੇ ਪ੍ਰਤਪਾਲ। ਖਿਦਰਾਣੇ ਦੀ ਢਾਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਿਆਰੇ ਸਿੱਖਾਂ ਦੀ ਟੁੱਟੀ ਗੰਢੀ। ਅਸੀਂ ਇਸ ਵਕਤ ਗੁਰਦੁਆਰਾ ਟਿੱਬੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਮੌਜੂਦ ਹਾਂ, ਜਿੱਥੇ ਖਿਦਰਾਣੇ ਦੀ ਢਾਬ ਜਿਹੜੀ ਅਸਾਵੀਂ ਜੰਗ ਸੀ, ਆਖਰੀ ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ, ਉਹਨਾਂ ਨੇ ਇਸ ਟਿੱਬੀ ਦੇ ਉੱਤੇ ਜਿਹੜਾ ਕਿ ਆਪਣਾ ਮੋਰਚਾ ਆਪਣਾ ਟਿਕਾਣਾ ਰੱਖ ਕੇ ਮੁਗਲ ਸਲਤਨਤ ਦੇ ਖਿਲਾਫ ਸੰਘਰਸ਼ ਜਿਹੜਾ ਹੈਗਾ ਜੰਗ ਉਹ ਲੜਿਆ। ਟਿੱਬੀ ਸਾਹਿਬ ਦਾ ਵਿਸਥਾਰ ਦੇ ਨਾਲ ਇਤਿਹਾਸ ਜਿਹੜਾ ਅਸੀਂ ਮੁਕਤਸਰ ਸਾਹਿਬ ਦੇ ਕਥਾਵਾਚਕ ਭਾਈ ਜਗਬੀਰ ਸਿੰਘ ਜੀ ਪਾਸੋਂ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸ੍ਰੀ ਮੁਕਤਸਰ ਸਾਹਿਬ ਦਰਬਾਰ ਸਾਹਿਬ ਦੇ ਕਥਾਵਾਚਕ ਭਾਈ ਜਗਬੀਰ ਸਿੰਘ ਜੀ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸਥਾਨ ਗੁਰਦੁਆਰਾ ਟਿੱਬੀ ਸਾਹਿਬ ਜੋ ਆਪ ਸੰਗਤ ਦੀਦਾਰ ਕਰ ਰਹੇ ਹੋ, ਇਹਦਾ ਇਤਿਹਾਸ ਜਾਣਨ ਤੋਂ ਪਹਿਲਾਂ ਸਾਨੂੰ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਬਾਰੇ ਵੀ ਪਹਿਲਾਂ ਜਾਣਨਾ ਹੋਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਬਾਰੇ ਇੱਕ ਪ੍ਰਸਿੱਧ ਵਿਦਵਾਨ ਦਾ ਇਹ ਕਹਿਣਾ ਹੈ ਕਿ ਜਦੋਂ ਪ੍ਰਮਾਤਮਾ ਨੇ ਸਾਰੀ ਸੁੰਦਰਤਾ, ਜਿੰਨਾ ਸੁਹੱਪਣ, ਉਸ ਸੁਹੱਪਣ ਨੂੰ ਇੱਕ ਥਾਂ ਇਕੱਤਰ ਕੀਤਾ, ਇੱਕ ਥਾਂ ਇਕੱਠਿਆ ਕੀਤਾ, ਜਿੰਨੀਆਂ ਕਲਾਵਾਂ, ਜਿੰਨੀਆਂ ਕਲਾ ਕੋਈ ਜਾਣਦਾ ਹੈ, ਕੋਈ ਮਹਾਰਤ ਰੱਖਦਾ ਹੈ, ਜਿੰਨੀਆਂ ਸਾਰੀਆਂ ਕਲਾ, ਉਹਨਾਂ ਸਾਰੀਆਂ ਨੂੰ ਇਕੱਤਰ ਕੀਤਾ। ਜਿੰਨੀਆਂ ਤਾਕਤਾਂ ਨੇ, ਸ਼ਕਤੀਆਂ ਨੇ, ਉਹਨਾਂ ਸਾਰੀਆਂ ਸ਼ਕਤੀਆਂ ਨੂੰ ਇਕੱਤਰ ਕੀਤਾ। ਸਾਰੀਆਂ ਸ਼ਕਤੀਆਂ, ਸਾਰੀ ਕਲਾ, ਸਾਰਾ ਰੂਪ ਇਕੱਠਾ ਕਰਕੇ ਉਹਨੂੰ ਜਿਹੜਾ ਨਾਮ ਦਿੱਤਾ ਗਿਆ, ਉਸ ਦਾ ਨਾਮ, ਉਸ ਸ਼ਖਸੀਅਤ ਦਾ ਨਾਮ ਹੈ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਬਹੁਪੱਖੀ ਸ਼ਖਸੀਅਤ ਦੇ ਮਾਲਕ। ਜੇ ਮਹਾਰਾਜ ਕਲਮ ਚੁੱਕਦੇ ਨੇ, ਉਹਨਾਂ ਵਰਗਾ ਕਲਮ ਦਾ ਧਨੀ ਕੋਈ ਨਹੀਂ, ਉਹਨਾਂ ਵਰਗਾ ਵਿਦਵਾਨ ਕੋਈ ਨਹੀਂ। ਜੇ ਦਾਨਾਂ ਦੀ ਗੱਲ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਦਾਨੀ ਕੋਈ ਨਹੀਂ, ਮਹਾਰਾਜ ਵਰਗਾ ਜਰਨੈਲ ਕੋਈ ਨਹੀਂ। ਉਸੇ ਤਰ੍ਹਾਂ ਇਹ ਜਿਹੜਾ ਅਸਥਾਨ ਦਾ ਇਤਿਹਾਸ ਹੈ, ਸਤਿਗੁਰੂ ਜੀ ਜਿਸ ਵੇਲੇ ਇਸ ਥਾਂ ਤੇ ਪਹੁੰਚੇ ਨੇ, ਜਦੋਂ ਵਜ਼ੀਰ ਖਾਨ ਦੀ ਫੌਜ ਪਿੱਛੇ ਚੜ੍ਹ ਕੇ ਆਉਂਦੀ ਹੈ, ਮਹਾਰਾਜ ਇਸ ਟਿੱਬੀ ਸਾਹਿਬ ਤੇ ਆ ਕੇ ਆਪਣਾ ਨਿਵਾਸ ਰੱਖਦੇ ਆ, ਇੱਥੇ ਆ ਕੇ ਬੈਠਦੇ ਆ। ਪਿੱਛੇ ਉਹ ਸਿੰਘ 40 ਮੁਕਤਿਆਂ ਨੂੰ ਜਿਨ੍ਹਾਂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ, ਉਹਨਾਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਨਜ਼ਦੀਕ ਜੋ ਸਥਾਨ ਤੰਬੂ ਸਾਹਿਬ ਹੈ, ਉਸ ਅਸਥਾਨ ਤੇ ਆਪਣਾ ਆ ਕੇ ਉਤਾਰਾ ਕੀਤਾ। ਉਸ ਥਾਂ ਨੂੰ ਉਹਨਾਂ ਨੇ ਜੰਗ ਦਾ ਮੈਦਾਨ ਵਾਸਤੇ ਚੁਣਿਆ, ਢਾਬ ਤੇ ਕਬਜ਼ਾ ਕੀਤਾ ਤੇ ਢਾਬ ਤੇ ਕਬਜ਼ਾ ਕਰਕੇ ਉੱਥੇ ਹੀ ਗੁਰੂ ਪਾਸ ਇਹ ਫੌਜ ਪੁੱਜਣ ਤੋਂ ਪਹਿਲਾਂ ਇਹ ਰਣਨੀਤੀ ਬਣਾਈ ਕਿ ਇੱਥੇ ਹੀ ਇਸ ਆ ਰਹੀ ਫੌਜ ਦੇ ਨਾਲ ਜੰਗ ਕੀਤਾ ਜਾਵੇ, ਤਾਂ ਕਿ ਇਹ ਫੌਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੱਕ ਨਾ ਪੁੱਜ ਸਕੇ। ਸਤਿਗੁਰੂ ਜੀ ਇਸ ਅਸਥਾਨ ਤੋਂ ਟਿੱਬੀ ਸਾਹਿਬ ਤੋਂ ਬੈਠ ਕੇ ਇਹ ਸਾਰਾ ਕੁਝ ਦੇਖ ਰਹੇ ਸਨ ਤੇ ਮਹਾਰਾਜ ਆਪਣੇ ਖਾਲਸੇ ਦੀ, ਆਪਣੇ ਸਿੰਘਾਂ ਦੀ ਇਸ ਥਾਂ ਤੋਂ ਮਦਦ ਕਰਦੇ ਰਹੇ, ਤੀਰ ਚਲਾਉਂਦੇ ਰਹੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਲਾਏ ਹੋਏ ਤੀਰ, ਸਾਰੀ ਦੁਨੀਆ 'ਚ ਇਹ ਇਤਿਹਾਸ ਵੱਖਰਾ ਹੈ
ਅੱਜ ਵੀ ਅਸੀਂ ਦੇਖਦੇ ਹਾਂ ਜਦੋਂ ਓਲੰਪਿਕ ਖੇਡਾਂ ਹੁੰਦੀਆਂ ਤੇ ਓਲੰਪਿਕ ਖੇਡਾਂ ਨੂੰ ਜਦੋਂ ਕੋਈ ਜਿੱਤਦਾ ਹੈ, ਉੱਥੇ 골ਡ ਮੈਡਲ ਜਿੱਤਦਾ ਹੈ ਜਿਹੜਾ ਖਿਡਾਰੀ, ਉਹਨੂੰ ਜੋ ਤੀਰ ਚਲਾਉਣ ਦਾ ਉੱਥੇ ਸਮਾਂ ਮਿਲਦਾ ਹੈ, ਲਗਭਗ 28 ਤੋਂ 30 ਤੀਰ ਚਲਾਉਣੇ ਪੈਂਦੇ ਆ। ਉਸ ਮੈਡਲ ਨੂੰ ਜਿੱਤਣ ਵਾਸਤੇ ਕੁਝ ਨਿਸ਼ਾਨੇ ਆ ਜਿਹੜੇ ਉਸ ਥਾਂ ਤੇ ਲੱਗਣੇ ਚਾਹੀਦੇ ਆ। ਉਹ ਜਿਹੜੇ ਤੀਰ ਚਲਾਏ ਜਾਂਦੇ ਨੇ ਉਹਨਾਂ ਦੀ ਗਿਣਤੀ 3 ਟਾਂਕ ਦੱਸੀ ਜਾਂਦੀ ਹੈ। ਇੱਕ ਟਾਂਕ ਦੇ ਵਿੱਚ 25 ਕਿਲੋ ਵਜ਼ਨ ਮੰਨਿਆ ਗਿਆ ਹੈ। ਭਾਵ ਤੀਰ ਨੂੰ ਚਲਾਉਣ ਲੱਗਿਆਂ ਤੀਰ ਨੂੰ ਇੰਨਾ ਕੁ ਪ੍ਰੈਸ਼ਰ ਦਿੱਤਾ ਜਾਣਾ ਜਿਸ ਤਰ੍ਹਾਂ 75 ਕਿਲੋ ਭਾਰ ਦਾ ਚੁੱਕਣਾ, ਇੰਨੇ ਜ਼ੋਰ ਨਾਲ ਤੀਰ ਚਲਾਇਆ ਜਾਣਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਚਲਾਉਣ ਦਾ ਜਿਹੜਾ ਅੰਦਾਜ਼ ਬਿਲਕੁਲ ਵੱਖਰਾ ਹੈ। ਉਹਨਾਂ ਵਰਗੇ ਤੀਰ ਕੋਈ ਨਹੀਂ ਚਲਾ ਸਕਿਆ। ਮਹਾਰਾਜ 9 ਟਾਂਕ ਤੱਕ ਦੇ ਤੀਰ ਚਲਾਉਂਦੇ ਸਨ। 9 ਟਾਂਕ ਜਿਹਦੇ ਵਿੱਚ ਲਗਭਗ 200 ਕਿਲੋ ਵਜ਼ਨ ਜਿਸ ਤਰ੍ਹਾਂ ਜ਼ੋਰ ਨਾਲ ਚੁੱਕਣਾ। ਹੁਣ ਇੰਨੇ ਪ੍ਰੈਸ਼ਰ ਦੇ ਨਾਲ ਚੱਲਿਆ ਹੋਇਆ ਤੀਰ ਇਸੇ ਕਰਕੇ ਬਹੁਤ ਦੂਰ ਤੱਕ ਮਾਰ ਕਰਦਾ ਸੀ। ਆਨੰਦਪੁਰ ਸਾਹਿਬ ਦਾ ਇਤਿਹਾਸ ਵੀ ਜੀ ਅਸੀਂ ਜਦੋਂ ਦੇਖਦੇ ਹਾਂ, ਉੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੀਰਾਂ ਤੋਂ ਉਸ ਵੇਲੇ ਉੱਥੋਂ ਦੇ ਸਾਰੇ ਫੌਜੀ ਜਰਨੈਲ ਜਿਹੜੇ ਆਏ ਸਨ, ਮਹਾਰਾਜ ਦੇ ਤੀਰਾਂ ਨੂੰ ਵੇਖ ਕੇ ਹੈਰਾਨ ਹੁੰਦੇ ਸਨ ਕਿ ਇਹਨਾਂ ਦੇ ਤੀਰ ਸ਼ਾਇਦ ਕਰਾਮਾਤ ਨਾਲ ਏਡੀ ਦੂਰ ਤੱਕ ਪਹੁੰਚਦੇ ਆ। ਪਰ ਸਤਿਗੁਰੂ ਜੀ ਨੇ ਨਾਲ ਹੀ ਦੂਜੇ ਤੀਰ ਦੇ ਵਿੱਚ ਜਵਾਬ ਦਿੱਤਾ ਸੀ ਕਿ ਨਹੀਂ, ਇਹ ਕਰਾਮਾਤ ਨਹੀਂ, ਇਹ ਅਭਿਆਸ ਨਾਲ ਹੈ। ਸਤਿਗੁਰੂ ਜੀ ਫਿਰ ਇਸ ਸਥਾਨ ਤੋਂ ਭਾਵੇਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸਿੱਧੇ ਤੌਰ ਤੇ ਜੇ ਚਲਾਏ ਹੋਏ ਤੀਰ ਜੇ ਦੇਖੀਏ ਤੇ ਲਗਭਗ 1.5-2 ਕਿਲੋਮੀਟਰ ਦਾ ਫਾਸਲਾ ਬਣਦਾ ਹੈ। ਜਦੋਂ ਅਸੀਂ ਸੜਕ ਰਾਹੀਂ ਆਉਣੇ ਆ ਤੇ ਇਹ ਜਿਹੜਾ ਫਾਸਲਾ ਹੈ ਇਹ ਲਗਭਗ 3-4 ਕਿਲੋਮੀਟਰ ਦਾ ਹੋ ਜਾਂਦਾ ਹੈ। ਪਰ ਜਿਹੜਾ ਸਿੱਧਾ ਇਸ ਥਾਂ ਤੋਂ ਤੀਰ ਚਲਾਏ ਜਾਂਦੇ ਸਨ 1.5 ਤੋਂ 2 ਕਿਲੋਮੀਟਰ ਤੱਕ ਦਾ ਇਹ ਸਥਾਨ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਇਸ ਅਸਥਾਨ ਤੋਂ ਤੀਰ ਚਲਾਉਂਦੇ ਰਹੇ, ਆਪਣੇ ਖਾਲਸੇ ਦੀ ਸਿੰਘਾਂ ਦੀ ਮਦਦ ਕਰਦੇ ਰਹੇ। ਇਸ ਜੰਗ ਵਿੱਚ ਸਤਿਗੁਰੂ ਜੀ ਤੇ ਨਾਲ ਉਹ 40 ਮੁਕਤੇ ਇਸ ਜੰਗ ਵਿੱਚ ਜੇਤੂ ਰਹਿੰਦੇ ਨੇ। ਇੱਥੋਂ ਹੀ ਸਤਿਗੁਰੂ ਜੀ ਨੇ ਉਹ ਤੀਰ ਚਲਾਏ ਸਨ ਜਿਸ ਵੇਲੇ ਜੰਗ ਦੀ ਸਮਾਪਤੀ ਹੋਈ ਸੀ। ਤੇ ਉਸ ਵੇਲੇ ਸਤਿਗੁਰੂ ਜੀ ਇਸੇ ਅਸਥਾਨ ਤੋਂ ਹੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਾਲੇ ਪਾਸੇ ਉਹਨਾਂ ਨੇ ਚਾਲੇ ਪਾਏ ਸਨ। ਸੁੰਦਰ ਪੁਰਾਤਨ ਇਹ ਇਮਾਰਤ ਬਣੀ ਹੋਈ ਹੈ। ਮਾਘੀ ਦੇ ਮੇਲੇ ਤੇ ਜਿਸ ਵੇਲੇ 40 ਮੁਕਤਿਆਂ ਦੀ ਯਾਦ ਵਿੱਚ ਮੇਲਾ ਲੱਗਦਾ ਹੈ, ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ, ਸ਼ਰਧਾ ਨਾਲ ਦਰਸ਼ਨ ਕਰਦੀਆਂ ਹਨ। ਸਾਨੂੰ ਭਾਈ ਜਗਬੀਰ ਸਿੰਘ ਜੀ ਨੇ ਵਿਸਥਾਰ ਦੇ ਨਾਲ ਦੱਸਿਆ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਦੀ ਜਿਹੜੀ ਉਹ ਰਣਨੀਤੀ ਦੀਆਂ ਕੁਝ ਜੰਗਜੂ ਜਿਹੜੇ ਕੌਤਕ ਹੈਗੇ ਆ। ਤਾਂ ਭਾਈ ਸਾਹਿਬ ਇਹ ਉੱਚੀ ਟਿੱਬੀ ਸੀ ਕਿਉਂਕਿ ਉਸ ਵਕਤ ਢਾਬ ਸੀ। ਮੁਕਤਸਰ ਸਾਹਿਬ ਅੱਜ ਜ਼ਿਲ੍ਹਾ ਹੈ, ਸ਼ਹਿਰ ਹੈ, ਬਹੁਤ ਜਿਹੜਾ ਹੈਗਾ ਲੱਖਾਂ ਲੋਕ ਰਹਿੰਦੇ ਆ। ਔਰ ਉਸ ਵਕਤ ਇੱਕ ਜੰਗਲ ਸੀ, ਢਾਬ ਵਾਲਾ ਇਲਾਕਾ ਬਹੁਤ ਨੀਵਾਂ ਸੀ, ਇਹ ਟਿੱਬਾ ਸੀ ਕਿਉਂਕਿ ਉਦੋਂ ਅੱਜ ਜਿੱਥੇ ਜੰਗਾਂ ਮੁਲਕਾਂ ਦੀਆਂ ਹੁੰਦੀਆਂ ਨੇ, ਫੌਜਾਂ ਲੜਦੀਆਂ ਨੇ, ਕਈ ਤਰ੍ਹਾਂ ਦੇ ਹਥਿਆਰ ਨੇ, ਬਹੁਤ ਅਗਾਂਹ ਵਧੂ ਜਿਹੜਾ ਹੈਗਾ। ਤਾਂ ਉਸ ਵਕਤ ਜਿਹੜੀ ਜੰਗ ਸੀ ਸਰੀਰਕ ਤੌਰ ਤੇ ਲੜੀ ਜਾਂਦੀ ਸੀ, ਘੋੜਿਆਂ ਤੇ, ਹਾਥੀਆਂ ਤੇ, ਜਾਂ ਵੱਧ ਤੋਂ ਵੱਧ ਤੋਪ ਹੁੰਦੀ ਸੀ ਜਾਂ ਕੁਛ ਜਿਹੜਾ ਪਿਸਤੌਲ ਆਦਿਕ ਹੁੰਦੇ ਸੀ। ਉਸ ਭਾਸ਼ਾ ਦੇ ਵਿੱਚ ਸਫਾ ਜੰਗ ਆਉਂਦੇ ਹਨ। ਸਭ ਕੁਛ ਸੱਚੇ ਪਾਤਸ਼ਾਹ ਨੇ ਸ਼ਸਤਰਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ। आस कृपाण खंडो खड़ग तुबक तबर तीर सैप सरोही सहथी यह हमारे पीर। सच्चे पातशाह ने इन्हां शस्त्रां नूं अपने पीर किया, पीर भाव सत्कार दिता, रब समान किया। और शस्त्र के सिर ते जिहड़ा वो जंगां लड़ियां गईयां ने। बिना शस्त्र के सिंह नरंग भेट जानो रहतना मैं चाहुंदा है ना। और बहुत सारे थाएं आउंदा भी शस्त्र तो बिना राज भी नहीं है, राज बिना धर्म नहीं है, धर्म बिना बंदा नहीं है। बहुत कमाल। ਤਾਂ ਇਹ ਟਿੱਬੀ ਸਾਹਿਬ ਸੀ, ਉਹ ਇੱਕ ਢਾਬ ਸੀ, ਇੱਥੋਂ ਸੱਚੇ ਪਾਤਸ਼ਾਹ ਤੀਰ ਚਲਾਉਂਦੇ ਸੀ। ਫਿਰ ਉੱਥੇ ਜਿਹੜੇ ਤੰਬੂ ਲਾਏ ਹੋਏ ਸੀ ਜਿੱਥੇ ਸੱਚੇ ਪਾਤਸ਼ਾਹ ਨੇ ਇੱਥੇ ਗੁਰੂ ਪਾਤਸ਼ਾਹ ਨੇ ਇੱਕ ਜਿਹੜਾ ਅਸੀਂ ਅੰਦਾਜ਼ਾ ਲਾ ਸਕਦੇ ਵੀ ਇੱਕ ਜਿਹੜਾ ਗਰੁੱਪ ਹੈਗਾ ਸੱਚੇ ਪਾਤਸ਼ਾਹ ਦੇ ਨਾਲ ਸਿੰਘਾਂ ਦਾ ਇੱਕ ਜਥਾ ਉਹ ਇੱਥੇ ਹੋਏਗਾ। ਫਿਰ ਕੁਝ ਸਿੰਘ ਜਿਹੜੇ ਉੱਥੇ ਮੁਗਲ ਫੌਜ ਵੱਲ ਜਾਣੇ ਸ਼ੁਰੂ, ਕਿਉਂਕਿ ਮੁਗਲ ਫੌਜ ਉੱਥੇ ਸੀ, ਕਿਉਂਕਿ ਪਾਣੀ ਉੱਥੇ ਸੀ, ਉਹ ਪਾਣੀ ਦਾ ਪਹਿਲਾਂ ਲੱਭਦੇ ਸੀ। ਪਰ ਜਿਹੜੇ ਗੁਰੂ ਕੇ ਸਿੱਖ ਸੀ ਇਹ ਨੀਤੀ ਦੇ ਵੱਧ ਜਿਹੜਾ ਹੈਗਾ ਉਹ ਸੱਚੇ ਪਾਤਸ਼ਾਹ ਬੜੇ ਕਮਾਲ ਦੇ ਜਿਹੜੇ ਕਿ ਉਹ ਜੁਝਾਰੂ ਜਰਨੈਲ ਸੀ। 14 ਜੰਗਾਂ ਲੜੀਆਂ, ਸਾਰੀਆਂ ਦੀਆਂ ਸਾਰੀਆਂ ਜੰਗਾਂ ਜਿਹੜੀਆਂ ਨੇ ਬਹੁਤ ਕਮਾਲ ਦੀਆਂ ਲੜੀਆਂ ਔਰ ਜਿੱਤੀਆਂ ਵੀ। ਉਹਨਾਂ ਕੋਲੇ ਬਹੁਤ ਕੁਝ ਸੀ, ਫੌਜਾਂ ਵੀ ਕਈ ਗੁਣਾ ਵੱਧ ਸੀ। ਕੱਲਾ ਸਿੰਘ 1.25 ਲੱਖ ਦਾ ਮੁਕਾਬਲਾ ਕਰਦਾ ਰਿਹਾ। ਪਰ ਸੱਚੇ ਪਾਤਸ਼ਾਹ ਕੋਲੇ ਬੇਸ਼ੱਕ ਉਹ ਸ਼ਹਿਨशाह ਸੀ, ਰਾਜਿਆਂ ਦੇ ਰਾਜੇ ਸੀ, ਪਰ ਉਹ ਦੁਨਿਆਵੀ ਜਿਹੜੇ ਉਹਨਾਂ ਕੋਲ ਸ਼ਸਤਰ ਬਸਤਰ ਤੋਪਾਂ ਤਪਚੇ ਹੋਣ, ਪਰ ਇਹਨਾਂ ਕੋਲੇ ਬਖਸ਼ਿਸ਼ ਅਕਾਲ ਪੁਰਖ ਦੀ ਸੀਗੀ। ਤਾਂ ਇਹ ਅਸਾਮੀ ਜੰਗ ਜਿਹੜੀ ਆ ਇਹ ਕਿੱਡਾ ਕਮਾਲ ਦਾ ਜਿਹੜਾ ਕਰਤੱਵ ਹੈ। ਔਰ ਆਖਰੀ ਜੰਗ ਸੱਚੇ ਪਾਤਸ਼ਾਹ ਨੇ ਕਿੱਦਾਂ ਕਮਾਲ ਦੀ ਲੜੀ ਹੈ। ਇਹ ਸਤਿਗੁਰੂ ਜੀ ਜਦੋਂ ਜਫਰਨਾਮਾ ਵੀ ਲਿਖਦੇ ਆ, ਔਰੰਗਜ਼ੇਬ ਨੂੰ ਜਫਰਨਾਮਾ ਸਾਹਿਬ ਲਿਖਿਆ ਜਾਂਦਾ ਹੈ ਤੇ ਮਹਾਰਾਜ ਜਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਇਸ ਗੱਲ ਦਾ ਅਹਿਸਾਸ ਕਰਾਉਂਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਬਦ ਵਰਤੇ, ਕਹਿਣ ਲੱਗੇ ਨਾ ਪੇਚੀ ਦਾ ਮੂਹੇ ਨਾ ਰੰਜੀ ਦਾ ਤਨ, ਔਰੰਗਜ਼ੇਬ ਤੂੰ ਧਰਮੀ ਨਹੀਂ ਹੈ,
ਤੂੰ ਕੁਰਾਨ ਦੀ ਸਹੁੰ ਖਾ ਕੇ ਮੁੱਕਰਿਆ ਹੈ। ਅਸੀਂ ਉਸ ਕੁਰਾਨ ਦੀ ਸਹੁੰ ਤੇ ਵੀ ਵਿਸ਼ਵਾਸ ਕੀਤਾ ਹੈ। ਤੂੰ ਸਿਰਫ ਧਰਮੀਆਂ ਵਾਲਾ ਬਾਣਾ ਪਾਇਆ, ਪਰ ਸਾਡੇ ਪਾਸ ਧਰਮ ਹੈ। ਧਰਮ ਹੋਣ ਕਰਕੇ ਹੀ ਕਹਿਣ ਲੱਗੇ, ਨਹੀਂ ਤਾਂ ਕਿਸ ਦੀ ਮਜਾਲ ਸੀ ਕਿ ਏਡੀ ਵੱਡੀ ਫੌਜ ਦੇ ਵਿੱਚੋਂ ਕੋਈ ਬਿਨਾਂ ਸ਼ਾਸਤਰ ਦਾ ਫੱਟ ਲੱਗਿਆ ਨਿਕਲ ਜਾਂਦਾ ਇਸ ਥਾਂ ਤੋਂ। ਕਹਿਣ ਲੱਗੇ ਤਾਂ ਹੀ ਸੰਭਵ ਹੋਇਆ, ਸਾਡਾ ਤੂੰ ਵਾਲ ਵਿੰਗਾ ਨਹੀਂ ਕਰ ਸਕਿਆ, ਸਾਡੇ ਸਰੀਰ ਤੇ ਤੁਸੀਂ ਕੋਈ ਘਾਵ ਨਹੀਂ ਲਾ ਸਕੇ, ਜ਼ਖਮ ਨਹੀਂ ਲਾ ਸਕੇ। ਉਹ ਇਸੇ ਕਰਕੇ ਕਿ ਉਹ ਅਕਾਲ ਪੁਰਖ, ਉਹ ਪ੍ਰਮਾਤਮਾ, ਉਹ ਸਾਡੇ ਨਾਲ ਸੀ, ਉਹ ਧਰਮੀਆਂ ਵਾਲਿਆਂ ਨਾਲ ਸੀ, ਉਹ ਸੱਚ ਵਾਲਿਆਂ ਨਾਲ ਸੀ। ਸੱਚ ਦੇ ਰਸਤੇ ਤੇ ਚੱਲਣ ਵਾਲੇ, ਜੇਕਰ ਅਸੀਂ ਚਮਕੌਰ ਦੀ ਗੜੀ ਦੇ ਹਾਲਾਤ ਵੇਖਦੇ ਹਾਂ, 10 ਲੱਖ ਦੀ ਉੱਥੇ ਫੌਜ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ 40 ਸਿੰਘਾਂ ਦਾ ਮਨੋਬਲ ਨਹੀਂ ਟੁੱਟਿਆ ਇਹ ਸਾਰਾ ਕੁਝ ਵੇਖ ਕੇ। ਕਿਉਂਕਿ ਬਾਣੀ ਦੇ ਵਿੱਚ ਵੀ ਅਸੀਂ ਇਸ ਪਰਥਾਏ ਸ਼ਬਦ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਐਸੋ ਸਹਾਈ ਹਰ ਕੋ ਨਾਮ, ਉਹਦੇ ਵਿੱਚ ਹੀ ਇੱਕ ਪੰਕਤੀ ਆਉਂਦੀ ਹੈ ਜਿਹਦੇ ਵਿੱਚ ਮਹਾਰਾਜ ਕਹਿੰਦੇ ਜੈਸੇ ਰਣ ਮੈਂ ਸਖਾ ਭਰਾਤ। ਜੇਕਰ ਪ੍ਰਮਾਤਮਾ ਦਾ ਨਾਲ ਜੁੜੇ ਹੋਏ ਆ, ਜੁੜੇ ਹੋਣ ਕਰਕੇ ਪ੍ਰਮਾਤਮਾ ਇਸ ਤਰ੍ਹਾਂ ਮਦਦ ਕਰਦਾ ਜਿਵੇਂ ਜੰਗ ਦੇ ਮੈਦਾਨ ਵਿੱਚ ਨਾਲ ਸੱਕਾ ਭਾਈ ਮਦਦ ਵਾਸਤੇ ਪਹੁੰਚ ਗਿਆ ਹੋਵੇ। ਇਸੇ ਕਰਕੇ ਉਹ ਸਿੰਘ ਗਿਣਤੀ ਵੇਖ ਕੇ ਕਿਸੇ ਵੀ ਥਾਂ ਤੇ ਨਹੀਂ ਘਬਰਾਏ ਤੇ ਨਾ ਹੀ ਇੱਥੇ ਆ ਕੇ, ਭਾਵੇਂ ਉਹ ਵੱਡੀ ਗਿਣਤੀ ਵਿੱਚ ਫੌਜ ਸੀ, ਦੂਜੇ ਪਾਸੇ ਕੇਵਲ ਉਹ 40 ਦੇ ਕਰੀਬ ਸਿੰਘ ਸਨ। ਕੁਝ ਸਿੰਘ ਇੱਥੇ ਮਹਾਰਾਜ ਦੇ ਨਾਲ ਸਨ। ਭਾਵੇਂ ਇੱਥੋਂ ਸਿੰਘਾਂ ਨੇ ਜਾ ਕੇ ਮਦਦ ਕੀਤੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਇਸ ਥਾਂ ਤੋਂ ਤੀਰ ਚਲਾਉਂਦੇ ਰਹੇ, ਪਰ ਅਕਾਲ ਪੁਰਖ ਦਾ ਹੱਥ, ਗੁਰੂ ਦਾ ਹੱਥ ਸਿਰ ਤੇ ਹੋਣ ਕਰਕੇ ਵੱਡੀ ਗਿਣਤੀ ਵਿੱਚ ਵੀ ਦੁਸ਼ਮਣਾਂ ਨੂੰ ਵੇਖ ਕੇ ਘਬਰਾਏ ਨਹੀਂ, ਬਲਕਿ ਗੁਰੂ ਕਿਰਪਾ ਸਦਕਾ, ਪ੍ਰਮਾਤਮਾ ਦੀ ਕਿਰਪਾ ਸਦਕਾ ਉਹਨਾਂ ਨੇ ਇਹਨਾਂ ਸਭ ਜੰਗਾਂ ਦੇ ਵਿੱਚ ਹੀ ਫਤਿਹ ਪ੍ਰਾਪਤ ਕੀਤੀ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਪ੍ਰਾਣਾਂ ਤੋਂ ਪਿਆਰੇ ਗੁਰੂ ਕੇ ਸਿੱਖ ਕੱਲੇ ਕੱਲੇ 1.25 ਲੱਖ ਦੇ ਨਾਲ ਲੜੇ ਅਤੇ ਸਿੱਖੀ ਦੀ ਮਾਣ ਮਰਿਆਦਾ ਦੀ ਜਿਹੜੀ ਉਹ ਬਖਸ਼ਿਸ਼ ਉਹਨਾਂ ਨੇ ਉਹ ਸਦਾ ਕਾਇਮ ਰੱਖੀ। ਇੱਕ ਪਾਸੇ ਮੁਗਲ ਸਲਤਨਤ, ਮੁਗਲਿਆ ਹਕੂਮਤ ਸੀ, ਜਿਨ੍ਹਾਂ ਦੇ ਕੋਲੇ ਸਿਪਾਹੀ ਬੇਸ਼ੱਕ ਬਹੁਤ ਜ਼ਿਆਦਾ ਹੋਣ, ਲੱਖਾਂ ਦੀ ਗਿਣਤੀ 'ਚ ਹੋਣ, ਉਹ ਤਨਖਾਹੀਏ ਸੀ। ਉਹਨਾਂ ਨੂੰ ਤਨਖਾਹ ਮਿਲਦੀ ਸੀ, ਇੰਨੇ ਪੈਸੇ, ਇੰਨੇ ਕੰਮ ਦੇ, ਇੰਨੀ ਜੰਗ ਲੜਨੀ, ਇੰਨੀ ਦਿਹਾੜੀ ਹੋਏਗੀ, ਜਿਸ ਤਰ੍ਹਾਂ ਹੁਣ ਚੱਲਦਾ। ਔਰ ਇੱਕ ਪਾਸੇ ਗੁਰੂ ਕੇ ਸਿੱਖ ਸੀ, ਜਿਹੜੇ ਤਨਖਾਹੀਏ ਨਹੀਂ ਸੀ, ਉਹ ਗੁਰੂ ਕੇ ਉਹ ਸਿੱਖ ਸੀ ਜਿਹੜੇ ਗੁਰੂ ਦੇ ਹੁਕਮ ਦੀ ਖਾਤਰ ਜਦੋਂ ਸੱਚੇ ਪਾਤਸ਼ਾਹ ਆਵਾਜ਼ ਦੇਣ ਤੇ ਉਹ ਸਿਰ ਵੀ ਤਲੀ ਤੇ ਧਰ ਕੇ ਰੱਖਣ ਨੂੰ ਤਿਆਰ ਸੀ। ਤੇ ਜਦੋਂ ਅਜਿਹੀਆਂ ਫੌਜਾਂ ਹੋਣ, ਅਜਿਹੇ ਪਾਤਸ਼ਾਹ ਹੋਏ, ਅਜਿਹੇ ਪਾਤਸ਼ਾਹ ਦੇ ਸਿੱਖ ਹੋਣ, ਤੇ ਦੁਨੀਆ ਦਾ ਕੋਈ ਵੀ ਜਿਹੜਾ ਹਕੂਮਤ ਦਾ ਰਾਜਾ ਹੈ ਉਹ ਸੱਚੇ ਪਾਤਸ਼ਾਹ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ। ਇੱਕ ਭਾਈ ਸਾਹਿਬ ਜ਼ਰੂਰ ਇੱਥੇ ਇਤਿਹਾਸ ਦਾ, ਅੱਜ ਅਸੀਂ ਇਸ ਮਾਲਵੇ ਦੀ ਧਰਤੀ ਤੇ ਖਲੋਤੇ, ਸ੍ਰੀ ਮੁਕਤਸਰ ਸਾਹਿਬ ਮਾਲਵੇ ਦੇ ਗੜ੍ਹ ਦੇ ਵਿੱਚ ਵਸਿਆ ਹੋਇਆ ਇਲਾਕਾ, ਤਾਂ ਜਿਹੜੇ 40 ਸਿੰਘ ਸੀ ਉਹ ਮਾਝੇ ਚੋਂ ਆਏ। ਮਾਤਾ ਭਾਗ ਕੌਰ ਜੀ ਦਾ ਪਿੰਡ ਮਾਝੇ 'ਚ ਆ, ਭਾਈ ਮਹਾਂ ਸਿੰਘ ਜੀ ਦਾ ਪਿੰਡ ਰਟੌਲ ਮਾਝੇ 'ਚ ਆ, ਮਾਤਾ ਭਾਗ ਕੌਰ ਜੀ ਦਾ ਝਬਾਲ ਮਾਝੇ 'ਚ ਆ, 40 ਸਿੱਖ ਮਾਝੇ 'ਚੋਂ ਆਇਆ। ਤਾਂ ਮਾਲਵੇ ਦੇ ਜਿਹੜੇ ਗੁਰਸਿੱਖਾਂ ਦੀ, ਬੇਸ਼ੱਕ ਮਾਲਵੇ ਦੇ ਵਿੱਚ ਸੱਚੇ ਪਾਤਸ਼ਾਹ ਦਾ ਇਹ ਉਸ ਵਕਤ ਦਾ ਸ਼ਾਇਦ ਇਤਿਹਾਸ ਤੌਰ ਤੇ ਪਹਿਲਾਂ ਆਉਣਾ ਸੀਗਾ, ਸੱਚੇ ਪਾਤਸ਼ਾਹ ਨੇ ਜੋ ਚਰਨ ਪਾਏ, ਤਾਂ ਮਾਲਵੇ ਦੇ ਸਿੱਖਾਂ ਨੇ ਜਿਹੜਾ ਹੈ ਕਿ ਇਸ ਸੰਘਰਸ਼ ਦੇ ਵਿੱਚ, ਇਸ ਸੱਚੇ ਪਾਤਸ਼ਾਹ ਦੀ ਆਖਰੀ ਜੰਗ ਦੇ ਵਿੱਚ ਕਿਵੇਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਸ਼ੱਕ ਇਸ ਪਾਸੇ ਵੱਲ ਨਹੀਂ ਆਏ, ਪਰ ਗੁਰੂ ਹਰਿ ਰਾਏ ਸਾਹਿਬ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਾਲਵੇ ਦਾ ਉਹ ਇਲਾਕਾ ਕੁਝ ਹਿੱਸਾ ਹੈ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਉਂਦੇ ਰਹੇ ਨੇ। ਇੱਥੇ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨ ਪਹਿਲੀ ਵਾਰ ਪਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ। ਫਿਰ ਜਿਸ ਵੇਲੇ ਮਹਾਰਾਜ ਦੀਨੇ ਦੀ ਧਰਤੀ ਤੇ ਕੁਝ ਸਮਾਂ ਆਪਣਾ ਗੁਜ਼ਾਰਿਆ, ਜਿੱਥੇ ਜ਼ਫਰਨਾਮਾ ਲਿਖਿਆ ਹੈ, ਇੱਥੇ ਵੱਡੀ ਗਿਣਤੀ ਦੇ ਵਿੱਚ ਮਾਲਵੇ ਦੇ ਸਿੰਘ, ਜਿਹੜਾ ਇਹ ਸਾਰਾ ਇਲਾਕਾ, ਭਾਈ ਰਾਏ ਜੋਧ, ਜਿਹੜੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖੀ ਨਾਲ ਜੁੜੇ ਹੋਏ ਨੇ। ਰਾਏ ਜੋਧ ਦਾ ਉਹ ਪਰਿਵਾਰ ਹੈ ਜਿੱਥੇ ਕੋਟ, ਲਖਮੀਰ, ਸ਼ਮੀਰ ਇਹ ਭਰਾ ਵਸਦੇ ਨੇ, ਜਿਨ੍ਹਾਂ ਦੇ ਕੋਲ ਮਹਾਰਾਜ ਰਹਿੰਦੇ ਆ। ਇੱਥੇ ਹੀ ਫਿਰ ਹੌਲੀ ਹੌਲੀ ਇਹ ਮਾਲਵੇ ਦੇ ਸਿੰਘ ਇੱਥੋਂ ਬਰਾੜਾਂ ਦੀ ਕੌਮ, ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਕਿ ਮੇਰੇ ਹੁਕਮ ਵਿੱਚ, ਜ਼ਫਰਨਾਮੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਇੱਥੇ ਬਰਾੜ ਕੌਮ ਬੜੀ ਬਹਾਦਰਾਂ ਦੀ ਵਸਦੀ ਹੈ, ਉਹ ਸਾਰੇ ਮੇਰੇ ਆਖੇ ਲੱਗਦੇ ਨੇ, ਮੇਰੇ ਹੁਕਮ ਵਿੱਚ ਚੱਲਦੇ ਨੇ। ਤੇ ਬਹੁਤ ਸਾਰੇ ਸਿੰਘ, ਭਾਈ ਦਾਨ ਸਿੰਘ ਜੀ ਵਰਗੇ, ਭਾਈ ਲੰਗਰ ਸਿੰਘ ਜੀ ਵਰਗੇ, ਜਿਨ੍ਹਾਂ ਨੇ ਇਸ ਥਾਂ ਤੇ ਬਹੁਤ ਸਾਰਾ ਸਾਥ ਹੈ ਗੁਰੂ ਸਾਹਿਬ ਜੀ ਦਾ, ਇਸ ਸਥਾਨ ਤੇ ਉਹਨਾਂ ਦਿੱਤਾ ਹੈ। ਭਾਈ ਦਾਨ ਸਿੰਘ ਜੀ ਬਰਾੜ, ਜਿਨ੍ਹਾਂ ਨੇ ਮਾਲਵੇ ਦੀ ਸਿੱਖੀ ਰੱਖੀ, ਇਹ ਵੀ ਜਿਹੜਾ ਕਿ ਮਾਣ ਸਤਿਕਾਰ ਉਹ ਮਾਲਵੇ ਦੇ ਸਿੱਖਾਂ ਨੂੰ ਉਹ ਪ੍ਰਾਪਤ ਆ। ਔਰ ਲਗਾਤਾਰ ਸੱਚੇ ਪਾਤਸ਼ਾਹ ਦੀ ਸਿੱਖੀ ਦੇ ਮਾਣ ਮਰਿਆਦਾ ਦੇ ਵਾਸਤੇ, ਜਿੱਥੇ ਮਾਝੇ ਦੇ ਸਿੰਘ ਜਿਹੜੇ ਆ, ਮਾਝੇ ਦੇ ਸਿੱਖ ਜਿਹੜੇ ਆ, ਉਹ ਸਦਾ ਹਕੂਮਤਾਂ ਦੇ ਖਿਲਾਫ ਜਿਹੜਾ ਉਦੋਂ ਤੋਂ ਲੈ ਕੇ ਅੱਜ ਤੱਕ 21ਵੀਂ ਸਦੀ ਤੱਕ ਉਹ ਲਗਾਤਾਰ ਜੂਝਦੇ ਆਏ ਆ। ਔਰ ਮਾਲਵੇ ਦੇ ਜਿਹੜੇ ਸਿੱਖਾਂ ਨੇ ਉਹ ਵੀ ਸਦਾ ਹੀ ਜਿਹੜਾ ਸਿੱਖੀ ਦੇ ਵਿੱਚ
ਜਿਹੜਾ ਕਿ ਉਹ ਨਿਮਾਣੇ ਬਣ ਕੇ ਉਸ ਦਾ ਆਪਣਾ ਯੋਗਦਾਨ ਪਾਇਆ। ਅਸੀਂ ਸ੍ਰੀ ਮੁਕਤਸਰ ਸਾਹਿਬ ਦੇ ਗੁਰਧਾਮਾਂ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ।